ਸੱਚ ਉੱਤੇ ਕੰਮ ਚੱਲਦਾ ਹੀ ਹੈ। ਬਲਕਿ ਅਸੀਂ ਕੁਝ ਸਾਥੀਆਂ ਕੋਲ ਸਾਰੇ ਸਿੱਖਣ ਦਾ ਅਮਲ ਇੱਕ ਤਰਫਾ ਕਦੀ ਨਹੀਂ ਹੁੰਦਾ, ਜਿੱਦਾਂ ਮੁਹੱਬਤ ਇੱਕ ਤਰਫਾ ਨਹੀਂ ਹੁੰਦੀ, ਇਹ ਹਮੇਸ਼ਾ ਦੋ ਤਰਫਾ ਹੁੰਦੀ ਹੈ। ਸੋ ਕੁਛ ਮੈਂ ਤੁਹਾਡੇ ਕੋਲ ਲੈਣਾ ਕੁਛ ਤੁਸੀਂ ਨਹੀਂ ਦਿੰਦੇ। ਹੁਣ ਅਸੀਂ ਇਸ ਅਫਸਾਨੇ ਲਾ ਗਏ। ਪਹਿਲੀ ਗੱਲ ਇਹ ਹੈ ਕਿ ਫੈਸਲਾਬਾਦ ਐਡਾ ਵੱਡਾ ਸ਼ਹਿਰ ਹੈ ਅਤੇ ਇੱਥੇ ਲਿਖਣੇ ਵਾਲੇ ਕਿੰਨੇ और फिर अच्छा लिखने वाले और फिर शायर ਜਿਹੜੇ ਲਫ਼ਜ਼ਾਂ ਦੀ ਗੁਰਬਤ ਨੂੰ ਸਮਝਦੇ ਆ, ਉਹਦੇ ਜਿਹੜੀਆਂ ਖੂਬਸੂਰਤੀਆਂ ਵਾ ਔਰ ਜਿਹੜਾ ਫੈਜ਼ ਆ ਸ਼ੇਰ ਵਿੱਚ ਇੱਕ ਫੈਜ਼ ਵੀ ਹੁੰਦਾ, ਇੱਕ ਅਤਾ ਵੀ ਰੱਖੀ ਹੁੰਦੀ ਆ ਜਿਹੜੀ ਇਨਸਾਨ ਦੇ ਦਿਲ ਨੂੰ ਫੜ ਲੈਂਦੀ ਹੈ। ਤੁਸੀਂ ਸੁਣਦੇ ਤੁਸੀਂ ਮੇਰੇ ਸੁਪਨੇ ਅੰਦਰ ਬਾਹੀ ਮਿਲਿਆ ਅਤੇ ਮੈਂ ਗੱਲ ਵਿੱਚ ਪਾਈਆਂ ਬਾਹਾਂ ਡਰਦੀ ਮਾਰੀ ਅੱਖ ਨੱਕ ਦੇ ਫਿਰ ਦੱਸੂਗਾ ਜਿਹੜੀ ਰੂਹ ਆ ਉਹ ਆ ਤਸਦੀਕੀ। ਇਹ ਗੱਲ ਤਾਂ ਸੱਚੀ ਆ ਕਿ ਇਹ ਅਫਸਾਨਾ ਨਹੀਂ ਬਲਕਿ ਪੰਜਾਬੀ ਕਹਾਣੀ ਹੈ। ਔਰ ਫੈਸਲਾਬਾਦ ਦਾ ਪੰਜਾਬੀ ਦੀ ਕਹਾਣੀਆਂ ਦਾ ਜਿਹੜਾ ਬਾਦਸ਼ਾਹ ਸੀ ਅਫਸਰ ਦਾ ਦਾਵਾ ਅਫਸਾਨੇ ਦਾ ਮੈਂ ਸਮਝਦਾ ਵਾ ਅਤੇ ਕਹਾਣੀ ਦਾ ਅਹਿਮਦ ਸ਼ਹਬਾਜ਼ ਖਾਨ ਦੋਨੋਂ ਬੜੇ ਨਾਮ ਹੈ। ਉਹ ਅਫਸਾਨੇ ਦਾ ਬੜਾ ਇਨਸਾਨ ਸਮਝਦਾ ਔਰ ਨਾਵਲ ਦਾ ਵੀ, ਲੇਕਿਨ ਅਹਿਮਦ ਸ਼ਹਬਾਜ਼ ਖਾਨ ਜਿਹੜਾ ਸੀ ਉਹ ਕਹਾਣੀ ਦਾ ਇੱਕ ਵੱਡਾ ਇਨਸਾਨ। ਸੋ ਇਹ ਗੱਲ ਤੇ ਹਕੀਕੀ ਆ ਕਿ ਇਸ ਕਹਾਣੀ ਵਿੱਚ ਇਹ ਇੱਕ ਵੱਡੀ ਕਹਾਣੀ, ਉਹ ਕਹਾਣੀ ਜਿਹਦੇ ਵਿੱਚ ਸਾਡਾ ਦਾਦਾ ਦੁੱਖ ਹੋਵੇ, ਸਾਡੇ ਵੱਡਿਆਂ ਦਾ ਦੁੱਖ, ਇਹਦੇ ਵਿੱਚ ਪੂਰੀ ਇੱਕ ਇਨਸਾਨ ਦੀ ਹਯਾਤੀ ਬੰਦ ਹੋਵੇ। ਉਹ ਤਾਂ ਸੋਹਣੀ ਕਹਾਣੀ ਕਿਹੜੀ ਹੋ ਸਕਦੀ? ਇਹ ਹਰ ਘਰ ਦੀ ਕਹਾਣੀ ਹੈ ਕਿ ਸਾਡੇ ਹਾਂ ਇਹ ਇਨਸਾਨ ਦਾ ਦੁੱਖ ਆਪਣੀ ਮੌਜੂਦ ਹੈ ਕਿ ਲੇਕਿਨ ਫਿਰ ਵੀ ਇਹ ਸਾਡਾ ਮੌਸਾ ਜਿਹੜਾ ਵਾ ਮੇਰਾ ਜ਼ਾਤੀ ਖਿਆਲ ਆ, ਬਾਕੀ ਯੂਰਪੀਅਨ ਗੱਡੀ ਔਰ ਦੂਸਰੇ ਮੁਲਕਾਂ ਤੋਂ ਬਹੁਤ ਸੋਹਣਾ ਵਾ। ਸਾਡੇ ਹਾਂ ਇਹਦੇ ਵੀ ਬਜ਼ੁਰਗਾਂ ਦੀ ਮੁਹੱਬਤ ਉਹਨਾਂ ਦੇ ਕਰੀਬ ਰਹਿਣ ਦਾ ਜਿਹੜਾ ਅਮਲ ਹੈ ਉਹ ਮੌਜੂਦ ਆ। ਉਹ ਲੋਕ ਜਿਹੜੇ ਬਾਹਰ ਚਲੇ ਗਏ, ਉਦਾਹਰਨ ਉਹਨਾਂ ਦਾ ਹਜ਼ੂਰ ਨੇ ਉਹਨਾਂ ਨੇ ਕਿਹਾ ਕਿ ਵਾਲਿਦ ਸਾਹਿਬ ਇਹ ਜੇ ਗੈਟਵੈਲ ਦੀ ਘਰ ਗਈ ਹੋਈ ਸੀ ਔਰ ਉਹ ਇਤਰਾਜ਼ ਕਰਨ ਗਏ। ਉਹਦੇ ਪਿੱਛੇ ਕੋਈ ਨਫਸਿਆਤੀ ਮਸਲਾ ਨਹੀਂ, ਨਾ ਉਹਨਾਂ ਦਾ ਕੋਈ ਲਾਲਚ ਹੈ। ਉਹਨਾਂ ਦੇ ਪਿੱਛੇ ਕਾਨੂੰਨ ਦੀ ਇੰਪਲੀਮੈਂਟੇਸ਼ਨ ਹੈ। ਜਿੱਥੇ ਰਹਿੰਦੇ ਹੀ ਰਹਿਣਾ ਉੱਥੇ ਕਾਨੂੰਨ ਮੌਜੂਦ ਆ ਕਿ ਉਹਨਾਂ ਨੇ ਇਹਨੂੰ ਫੌਰਨ ਗੌਰਮੈਂਟ ਦੱਸਣਾ ਵਾ ਕੇ ਅੱਜ ਮਰ ਗਿਆ, ਸਮਝ ਲਓ ਡਾਕੂਮੈਂਟੇਸ਼ਨ ਵੀ ਕਰਾਉਣੀ। ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਵਿਚਾਰੇ ਗਏ ਸੀ। ਉਹਦੇ 'ਚ ਆਪਣੀ ਜਗ੍ਹਾ ਹੈ ਸਾਡੇ ਹਾਂ ਕਿ ਬਾਪ ਹੋਇਆ ਪਿਆ ਹੈ ਕਿ ਉਹ ਕਿਹੜੇ ਕੰਮ ਪਏ ਹੋਏ ਕਿ ਆਪਣੀ ਜਗ੍ਹਾ ਅਹਿਮ ਹੈ ਨਫਸਿਆਤੀ ਸਤ੍ਹਾ 'ਤੇ ਕਿ ਇਨਸਾਨ ਇਸ ਤਰ੍ਹਾਂ ਕਦਮ ਉਠਾਵੇ। ਇਸ ਕਹਾਣੀ ਵਿੱਚ ਅਸਲ 'ਚ ਜਿਹੜੀ ਗੱਲ ਤੁਸੀਂ ਸੁਣਵਾਈ ਹੈ, ਅੱਛਾ ਅਫਸਾਨਾ ਹੋਵੇ ਜਾਂ ਕਹਾਣੀ ਹੋਵੇ, ਦੋ ਚੀਜ਼ਾਂ ਤਾਂ ਬਹੁਤ ਅਹਿਮ ਹੁੰਦੀਆਂ। ਪਹਿਲੀ ਗੱਲ ਤਾਂ ਉਹਦੀ ਕਹਾਣੀ ਹੁੰਦੀ ਹੈ, ਕਿਉਂਕਿ ਕਹਾਣੀ ਮੁਹੱਬਤ ਵਰਗਾ ਹੁੰਦੀ ਹੈ। ਮੁਹੱਬਤ ਦੀ ਕਮੀ ਦੁਨੀਆ ਦੀ ਕੋਈ ਸ਼ੈ ਪੂਰੀ ਨਹੀਂ ਕਰ ਸਕਦੀ। ਮੁਹੱਬਤ ਸਾਰੀ ਚੀਜ਼ਾਂ ਦੀ ਕਮੀ ਦੂਰ ਕਰ ਸਕਦੀ। ਅਫਸਾਨੇ ਦੀ ਗੱਲ ਕੀ ਹੈਗੀ ਹੈ? ਅਗਰ ਅਫਸਾਨੇ 'ਚ ਕਹਾਣੀ ਹੋਵੇ ਨਾ ਤਾਂ ਬਹੁਤ ਸਾਰੇ ਐਪ ਛੁਪ ਜਾਂਦੇ ਨੇ, ਲੇਕਿਨ ਅਗਰ ਕਹਾਣੀ ਨਾ ਹੋਵੇ ਅਫਸਾਨੇ ਵਿੱਚ ਜਾਂ ਕਹਾਣੀ ਫਿਰ ਸਾਰਾ ਭਾਰ ਬਦਲ ਨਹੀਂ ਲੱਗਦਾ। ਹੁਣ ਜ਼ਰੂਰਤ ਇਸ ਚੀਜ਼ ਦੀ ਹੁੰਦੀ ਹੈ, ਅਗਰ ਕਹਾਣੀ ਵਿੱਚ ਨਹੀਂ ਹੈ ਅਤੇ ਫਿਰ ਸਾਰੀ ਉਹ ਜਿਹੜੀ ਤਵੱਜਾ ਵਾ ਔਰ ਜਿਹੜੀ ਖੂਬਸੂਰਤੀ ਆ ਉਹਨੂੰ ਬਦਲ ਹੋਣੀ ਚਾਹੀਦੀ ਹੈ। ਯਾਨੀ ਉਹਨਾਂ ਜੁਮਲਿਆਂ ਵਿੱਚ, ਉਹਨਾਂ ਲਫ਼ਜ਼ਾਂ ਦੀ ਸਿਲੈਕਸ਼ਨ ਵਿੱਚ, ਉਸ ਖਿਆਲ ਔਰ ਤਸੱਵਰ ਦੀ ਪ੍ਰੈਜੈਂਟੇਸ਼ਨ ਵਿੱਚ ਔਰ ਕਰਾਫਟਿੰਗ ਵਿੱਚ ਕਿ ਤੁਸੀਂ ਜਿਹੜਾ ਵੀ ਜੁਮਲਾ ਪੜ੍ਹੋ ਅਗਲਾ ਜੁਮਲਾ ਉਹ ਪਿਛਲੇ ਤੋਂ ਜ਼ਿਆਦਾ ਸੋਹਣਾ ਹੋਵੇ ਔਰ ਤੁਹਾਨੂੰ ਕਹਾਣੀ ਨਾਲ ਜੋੜੇ ਰੱਖੇ। ਜ਼ਾਹਰ ਹੈ ਇਹ ਇੱਕ ਰਿਆਜ਼ਤ ਹੈ ਔਰ ਅਸੀਂ ਸਾਰੇ ਉਸ ਰਿਆਜ਼ਤ 'ਚ ਜੁੜੇ ਹੋਏ ਹਾਂ। ਇੱਥੇ ਅਹਿਮ ਇਹ ਨਹੀਂ ਹੈ ਕਿ ਕਿਹੜਾ ਅੱਗੇ ਆ ਅਤੇ ਕਿਹੜਾ ਪਿੱਛੇ, ਅਹਿਮ ਇਹ ਹੈ ਕਿ ਅਸੀਂ ਜੁੜੇ ਹੋਏ। ਸੋ ਤੋਂ ਜ਼ਿਆਦਾ ਸੋਹਣੀ ਬਾਤ ਕਿਹੜੀ ਹੈ ਕਿ ਅੱਜ ਦੀ ਮਹਿਫਲ ਵਿੱਚ ਇਹ ਪੂਰੇ ਫੈਸਲਾਬਾਦ ਵਿੱਚੋਂ ਇੱਕ ਇਨਸਾਨ ਆਪਣਾ ਅਫਸਾਨਾ ਆਪਣੀ ਕਹਾਣੀ ਲੈ ਕੇ ਨਿਕਲਿਆ ਔਰ ਘਰ ਬਾਵੇ ਲੋਕ ਜਾ ਕੇ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ। ਅਸੀਂ ਅੱਜ ਇਹਨਾਂ ਦੀ ਕਹਾਣੀ ਦੇ ਵਿੱਚ ਬੈਠੇ ਹੋਏ ਹਾਂ ਇੱਥੇ। ਸੋ ਇਸ ਤੋਂ ਇਹਨਾਂ ਦੇ ਬੜੇ ਪਲ ਦਾ ਅੰਦਾਜ਼ਾ ਕਰ ਲਓ, ਇਹਨਾਂ ਦੀ ਕਹਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਕਰ ਲਓ, ਇਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਕਰ ਲਓ, ਕਿਉਂਕਿ ਇਹਨਾਂ ਨੂੰ ਵੀ ਅਸੀਂ ਤੇ ਬੈਠੇ ਹਾਂ। ਹਜ਼ੂਰ
ਜਦੋਂ ਤੱਕ ਜहाँ तक तकनीक की गल है, ਜਦੋਂ तक ਉਹਦੇ 'ਚ ਕਿਰਦਾਰਾਂ ਦੀ ਪ੍ਰੈਜੈਂਟੇਸ਼ਨ ਦੀ ਗੱਲ ਹੈ, ਮਕਾਨ ਦਾ ਨਹੀਂ ਬਾਤ ਜਿਹੜੇ ਕਹਾਣੀ ਨੂੰ ਜਾਂ ਅਫਸਾਨੇ ਨੂੰ ਅਫਸਾਨਾ ਬਣਾਉਂਦੇ ਜਾਂ ਅਫਸਾਨੇ ਦੀ ਅਫਸਾਨਾ ਨਹੀਂ ਤੋਂ ਇਹਨਾਂ ਨੇ ਨਜ਼ਮ ਦੇ ਹਵਾਲਾ ਜਿਸ ਤਰ੍ਹਾਂ ਐਸਾ ਖਿਆਲ ਦੀ ਬਾਤ ਕੀਤੀ ਸੀ ਅਫਸਾਨੇ ਨੂੰ ਸਹੀ ਕੰਮ ਕੀਤੀ यानी अफसाना भी असल एक पेड़ नहीं होता, हम भी लोग पेड़ समझते, नावल पेड़ होता। अफसाना एक शाख हो सकता है, अफसाना एक पत्ता हो सकता है, उस पत्ते में भी पूरा जहान है दोनों वो दो बह रहा होता पानी से नौकिया तैर रहे होंगे रंगों में रंग बिरंगे रंग उस नजर आ रहे हैं। वो एक जहान कुदरत ने खुदा ने उससे आवाज़ की पत्ते में तो कहानी में भी है। कहानी के बाद गुलजार साहब ने जिस तरह प्रजेंटेशन किया साढ़े तक वो पकड़ गया जी जी बुनियादी तौर पर यही होता ना कि कहानी क्या डिलीवर हो जाए पहुँच गई है और क्या अगली बात यही है कि क्या कारी थोड़ी कहानी का लिंक कर रहे हैं कि नहीं कर रहे, यानी जुड़त इस तरह की हो कि इंसान जो देना चाहता ना सदफ वो अगे ट्रांसफर हो जाए। तो ਇਹਦਾ ਇਸ ਟ੍ਰਾਂਸਫਰਮੇਸ਼ਨ ਦਾ ਅੰਦਾਜ਼ਾ ਇਸ ਸਦਾ 'ਤੇ ਲਗਾ ਲਓ ਕਿ ਸਾਡੇ ਬਜ਼ੁਰਗ ਸਾਥੀ ਉਹਨਾਂ ਨੇ ਇਹਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਔਰ ਉਹਨਾਂ ਨੇ ਦਿਲ ਦੀ ਸਤਹ 'ਤੇ ਆਪਣੀ ਜਿਹੜੀ ਜ਼ਾਤ ਦੀ ਵਾਰਦਾਤ ਆ ਉਹਨੂੰ ਬਿਆਨ ਕਰਵਾਇਆ ਆਪਣੇ ਬੱਚਿਆਂ ਦੇ ਹਵਾਲੇ ਨਾਲ ਜਾਂ ਸਮਾਜ ਔਰ ਸੋਸਾਇਟੀ ਦੇ ਹਵਾਲੇ ਨਾਲ। ਔਰ ਮੇਰਾ ਖਿਆਲ ਹੈ ਕਿ ਅਦਬ ਵਿੱਚ ਵੀ ਡਾਕਟਰ ਸਾਹਿਬ ਬੈਠੇ ਹੋਏ ਨੇ, ਇਹਨਾਂ ਨੇ ਕਦੀ ਨੂੰ ਇਹਨੂੰ ਪੜ੍ਹਾਇਆ ਇਹ ਜਾਣਦੇ ਆ ਕਿ ਇੱਕ ਵਕਤ ਸੀ ਜਦੋਂ ਕਿਹਾ ਜਾਂਦਾ ਸੀ ਕਿ ਅਦਬ ਕੋਈ ਸੱਚ ਨਹੀਂ ਹੈ और ये सच तो दूर भी नहीं समझ और एक ऐसा वक्त है कि फिर सच को फिर किसी तरह कर गया कि नहीं जी दूरदार नहीं कर सकते, बहुत अच्छी गुफ्तगू कर रहे हैं। सच जाओ सामने समझो ताकि लोग उनको कुछ सीखा समाज तो सोसाइटी को तब्दीली आई तो ये इस तरह गुलजार करके लोग जोड़े हैं ये समाज के बड़े सोहने लोग ने ये साढ़े लोग साढ़े इंसाना के रह गए और हम शुरू करना मौका मिलता। बिस्मिल्लाह। बहुत मेहरबानी जनाब गुलजार मलिक साहब, नसीम शाहिद उस तो बाद हमीद शाकिर जी जी सारे सदर जी बेले की खेड उनवान दिता है डॉक्टर साहब ने, डॉक्टर गुलजार साहब ने इनू आम कहा गया कि अफसाना नहीं वो मयार पर पूरा नहीं उतरता मानदा नहीं। एक कहानी भी मेरे ख्याल च नहीं है मेरे क्योंकि कहानी जी होंगी ना कहानी होंगी तखयल के उपर असी कहानी में बेस करते। मेरी नज़र के हकीकत जिहदी सब तो वड्डी एग्जाम्पल है तबस्सुम साहब ने उन्होंने असर की। मैं हूँ थोड़ी देर इसी दे कॉन्टैक्स्ट में थोड़ा मैं एग्जाम्पल देवां कि जिस तरह गुलजार साहब ने कहा कि एक घर की कहानी है। सर मेरे वालिद साहब ना हूँ मैं इसी कॉन्टैक्स्ट थोड़ा दसा, मेरे वालिद साहब बीमार है, एयरफोर्स के उन्होंने जॉब की है, बहुत शानदार जॉब की है, बड़े एक्टिव से। अज तो कोई 5 साल पहले उनका ऑपरेट होया मोरियां का। मैं उस तो पहले ना ऑपरेट तो पहले मैं सी बड़ी अच्छी मेरी एक जॉब लग गई थी दुबई एग्रीकल्चर इंजीनियर। उन्होंने मैंने कहा यार तू फौरी तौर पर वापस आ जा, मेरे ना मोरिया की तकलीफ है, तू वापस आ जा। मैं सर छोड़ के वापस आ गया, हर चीज़ बहुत ही ज़बरदस्त जॉब से छोड़ के वापस आ गया। इतने आके ऑपरेट होने का कराया, कराने तो बाद वो स्टिल हूँ भी इस वेले भी माशाअल्लाह हयात आ उन्होंने यानी कि तुम फिजिकल आउटलुक देखो तो तुम कहोगे बीमार नहीं है। ਹੁਣ ਇਹ ਮੇਰਾ ਕਮਰਾ ਹੈ, ਸਾਹਮਣਾ ਕਮਰਾ ਉਹਨਾਂ ਦਾ ਕਮਰਾ ਹੈ ਕਿ ਬਾਜ਼ ਦਫਾ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਕਿ ਯਾਰ ਤੂੰ ਮੇਰੀ ਗੱਲ ਨਹੀਂ ਸੁਣਦਾ ਜਾਂ ਮੇਰੇ ਕੋਲ ਬੈਠਦਾ ਨਹੀਂ ਜਾਂ ਮੇਰੇ ਕੋਲ ਆਉਂਦਾ ਨਹੀਂ। ਹਾਲਾਂਕਿ 24 ਘੰਟੇ ਮੈਂ ਉੱਥੇ ਹੁੰਨਾ, ਕੋਈ ਉਹਨਾਂ ਦੀ ਆਵਾਜ਼ ਆਵੇ, ਬੈਲ ਦਿੱਤੀ ਹੈ, ਕੋਈ ਚੀਜ਼ ਹੋਵੇ, ਫੌਰੀ ਤੌਰ 'ਤੇ ਅਸੀਂ ਸਾਰੇ ਬੱਚੇ ਸਮੇਤ ਤੇ ਜਾਂਦੇ ਹਾਂ। ਇਹ ਤਾਂ ਉਹਨਾਂ ਦੀ ਫੀਲਿੰਗ ਮੈਂ ਦੱਸ ਰਿਹਾ ਕਿ ਜਿਨ੍ਹਾਂ ਦਾ ਬੇਟਾ ਇੱਥੇ ਮੌਜੂਦ ਆ ਅਤੇ ਉਹਨਾਂ ਦੀ ਖਿਦਮਤ ਕਰ ਰਿਹਾ ਹੈ ਅਤੇ ਜਿਨ੍ਹਾਂ ਦਾ ਬੇਟਾ ਇੱਥੇ ਹੈ ਹੀ ਨਹੀਂ ਉਹ ਸਾਰੇ उस एग्जाम्पल की उन्होंने कहानी नहीं हकीकत लिख दी है। डॉक्टर साहब ने उन्होंने हकीकत लिख दी है, वो मैं कहना इतने तनकीद है ही नहीं, हो ही नहीं सकती।
ਤਨਕੀਦ ਕੋਈ ਬੰਦਾ ਨਹੀਂ ਇੱਥੇ ਕਰ ਸਕਦਾ। ਹਾਂ ਉਹਦੇ ਦੂਜੀ ਚੀਜ਼ਾਂ ਤੇ ਹੋ ਸਕਦੀ ਕਿ ਯਾਰ ਅਫਸਾਨਾ ਨਹੀਂ, ਉਹਦੇ ਪੈਰਾਮੀਟਰ ਪੂਰੇ ਨਹੀਂ ਹੈ, ਇਹਦੇ ਵਿੱਚ ਕਈ ਇਹ ਚੀਜ਼ ਹੁੰਦੀ ਹੈ ਉੱਤੇ, ਲੇਕਿਨ ਜੋ ਕੰਟੈਂਟ ਉਹਨਾਂ ਨੇ ਦੇ ਦਿੱਤਾ ਆ ਉਹਦੇ 'ਤੇ ਕੋਈ ਤਨਕੀਦ ਨਹੀਂ ਹੈ। ਅਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਆਈ ਐਪਰੀਸ਼ੀਏਟ ਹਜ਼ਾਰ ਗੁਜ਼ਾਰ ਸਾਹਿਬ ਨੂੰ ਕਿ ਉਹਨਾਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਚਾਈਨਾ ਦੁੱਖ ਦੀ ਰਗ ਦੇ ਨਬਜ਼ 'ਤੇ ਹੱਥ ਰੱਖਦਾ, ਜਿਹੜੀ ਉਹਨੂੰ ਜ਼ਰੂਰਤ ਹੁੰਦੀ ਇਕਨੋਮਿਕ ਹਿਸਾਬ ਨਾਲ ਉੱਤੇ ਹੱਥ ਰੱਖਦਾ, ਇਹਨਾਂ ਨੇ ਉਸ 'ਤੇ ਨਬਜ਼ 'ਤੇ ਹੱਥ ਰੱਖਿਆ। ਇਹ ਹਰ ਬੰਦੇ ਨੂੰ ਅਪੀਲ ਕੀਤੀ ਹੈ, ਕੋਈ ਬੰਦਾ ਐਸਾ ਨਹੀਂ ਕਿ ਜਿਹਨੂੰ ਅਪੀਲ ਨਹੀਂ ਕੀਤੀ। ਬਹੁਤ ਮਿਹਰਬਾਨੀ Thank you. ਜਨਾਬ, ਸ਼ੁਕਰੀਆ। ਸ਼ਾਕਿਰ ਸਾਹਿਬ